ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਸਮਝ ਲਓ ਕਿ ਇਹ ਟੈਕਨੀਕਲ ਐਨਾਲਿਸਿਸ ਆ, ਕਹਾਣੀਆਂ ਨਹੀਂ ਹੈਗੀਆਂ। ਇਹਦੇ ਵਿੱਚ ਹਰ ਕੋਈ ਆਪਣੇ ਮਤਲਬ ਦੀ ਗੱਲ ਸੁਣਨਾ ਚਾਹੁੰਦਾ। ਇਹਦੇ ਸ਼ਜਰੇ ਵੀ ਵਿਖਾਏ ਗਏ ਆ ਅਤੇ ਟੈਕਨੀਕਲ ਐਨਾਲਿਸਿਸ ਆ ਅਤੇ ਇਲਮੀ ਮੌਕਫ ਆ ਸਾਰਾ। ਕਹਾਣੀਆਂ ਬਮੁਕਾਬਲਾ ਤਕਨੀਕੀ ਜਾਇਜ਼ਾ। ਮੈਂ ਆਖਰੀ ਡਾਕੂਮੈਂਟਰੀ ਕੋਈ ਟੌਪਿਕ ਦੇ ਉੱਤੇ ਜਿਹਦੇ ਵਿੱਚ ਮੈਂ ਸਾਰੇ ਜਵਾਬ ਦਿੱਤੇ ਆ ਹਿੰਦੂਆਂ ਦੀ ਲਿਖੀ ਹੋਈ ਤਾਰੀਖ 'ਤੇ ਤੁਸੀਂ ਇਤਬਾਰ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਤਕਨੀਕੀ ਤੌਰ 'ਤੇ ਉਹਨੂੰ ਪਰਖ ਨਾ ਲਵੋ, ਕਿਉਂਕਿ ਇਹਨਾਂ ਦੇ ਰਾਈਟਰ ਜਿੰਨੇ ਵੀ ਆ ਉਹ ਸਾਰੇ ਬਹਾਦਰ ਲੋਕਾਂ ਨੂੰ ਅਤੇ ਬਹਾਦਰ ਕਬੀਲਿਆਂ ਨੂੰ ਆਪਣੇ 'ਚ ਸਮਾ ਲੈਂਦੇ ਆ। ਮਿਸਾਲ ਦੇ ਤੌਰ 'ਤੇ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਦਾਮ ਹੁਸੈਨ ਨੂੰ ਚੌਧਰੀ ਸਦਾਮ ਹੁਸੈਨ ਜੱਟ ਖੋਖਰ ਬਣਾਇਆ, ਜਦ ਕਿ ਸਦਾਮ ਹੁਸੈਨ ਅਰਬੀ ਸੀ ਅਤੇ ਅਲਬੂਨਾਸਿਰ ਕਬੀਲੇ ਦਾ ਸੀ। ਉਹਦਾ ਸਭ ਕਬੀਲਾ ਗੱਲ ਖਿਤਾਬ ਉਹਦੇ 'ਚੋਂ ਸੀ। ਅਤੇ ਇਹਦੇ ਪਿੱਛੇ ਇਹਨਾਂ ਨੇ ਸਟੋਰੀ ਇਹ ਬਣਾਈ ਆ ਕਿ ਸੋਮਪਾਲ ਸ਼ਾਸਤਰੀ ਸਾਹਿਬ ਇਰਾਕ ਗਏ ਅਤੇ ਉਹਨੂੰ ਸਦਾਮ ਹੁਸੈਨ ਨੇ ਕਿਹਾ ਮੈਂ ਵੀ ਖੋਖਰ ਜੱਟ ਹਾਂ। ਦੂਜੀ ਮਿਸਾਲ 'ਤੇ ਮਸਲਾ ਜਸਰਤ ਖੋਖਰ ਹੈ। ਮੈਂ ਪੂਰਾ ਇੱਥੇ ਕਲੀਅਰ ਕਰਾਂਗਾ। ਖੋਖਰਾਂ 'ਚ ਅਕਸਰ ਹੀ ਇਹ ਵੀ ਆਪਣੇ ਲਕਾਬ ਅਤੇ ਨਿਕਨੇਮਾਂ ਤੋਂ ਮਸ਼ਹੂਰ ਹੁੰਦੇ ਨੇ। ਜਿੱਥੇ ਵੀ ਖੋਖਰ ਰਹਿੰਦੇ ਨੇ, ਜਿਹੜਾ ਇਹਨਾਂ ਦੇ ਲਾਗੇ ਕਿਸੇ ਏਰੀਏ 'ਚ ਰਹਿੰਦਾ ਖੋਖਰਾਂ ਦੇ, ਉਹਨਾਂ ਨੂੰ ਪਤਾ ਹੈ ਕਿ ਆਪਣੇ ਅਲਕਾਬ ਨਾਲ ਮਸ਼ਹੂਰ ਹੁੰਦੇ ਨੇ। ਮਿਸਾਲ ਦੇ ਤੌਰ 'ਤੇ ਤਾਜੀ ਖੋਖਰ ਨੂੰ ਵੇਖ ਲਓ, ਉਹਦਾ ਅਸਲ ਨਾਂ ਘੱਟ ਹੀ ਲੋਕਾਂ ਨੂੰ ਪਤਾ ਹੈ। ਅਤੇ ਤਾਜੀ ਅਤੇ ਤਾਜਾ ਨਾਂ ਦੋ ਸੰਸਕ੍ਰਿਤ ਦੇ ਲਫ਼ਜ਼ ਆ ਅਤੇ ਸੰਸਕ੍ਰਿਤ ਦੇ ਹੀ ਨਾਂ, ਲੇਕਿਨ ਉਹ ਨਿਕਨੇਮ ਪਿਆ ਹੈ ਅਤੇ ਉਹ ਹੁਣ ਇਹਨਾਂ ਦੇ ਲਫ਼ਜ਼ ਬਣ ਗਏ ਅਤੇ ਇਹ ਹੁਣ ਪੁਰਾਣਾ ਹੁੰਦਾ ਅਤੇ ਉਹਨਾਂ ਨੇ ਬਣਾ ਦੇਣਾ ਸੀ, ਇਹਨੂੰ ਵੀ ਜਸਰਤ ਦੀ ਤਰ੍ਹਾਂ ਬਦਲ ਦੇਣਾ ਸੀ। ਆਇਨੇ ਅਕਬਰੀ ਅਤੇ ਲਫ਼ਜ਼ ਖੋਖਰ ਇਹ 15ਵੀਂ ਸਦੀ ਦੀ ਕਿਤਾਬ ਆ ਅਤੇ ਅਸਲ ਜਿਹੜੀ ਫਾਰਸੀ ਤੋਂ ਇੰਗਲਿਸ਼ ਟਰਾਂਸਲੇਸ਼ਨ ਆ ਮੈਂ ਉਹ ਲੱਭੀ ਆ ਅਤੇ ਮੈਨੂੰ ਉੱਥੇ ਕਿਤੇ ਵੀ ਜਿਹੜਾ ਨਾ ਉੱਥੇ ਜਸਰਤ ਖੋਖਰ ਨੂੰ ਜਸਰਤ ਨਹੀਂ ਲਿਖਿਆ ਆਇਆ, ਜਸਰਤ ਹੀ ਲਿਖਿਆ ਆਇਆ। ਅਤੇ ਉੱਥੇ ਨਾ ਰਾਜਪੂਤ ਲਿਖਿਆ ਖੋਖਰਾਂ ਦੇ ਨਾਲ, ਨਾ ਖੋਖਰ ਰਾਜਾ ਲਿਖਿਆ ਜਸਰਤ ਨੂੰ। ਉਹਦਾ ਵੀ ਮੈਂ ਹਵਾਲਾ ਤੁਹਾਨੂੰ ਅੱਗੇ ਦਿੰਦਾ ਅਤੇ ਹਿੰਦੂਆਂ ਦੀ ਜਿਹੜੀਆਂ ਚਲਾਕੀਆਂ ਉਹਨਾਂ ਨੂੰ ਵੀ ਵਿਖਾਉਣਾ। ਆਇਨੇ ਅਕਬਰੀ ਦੀ ਦੂਸਰੀ ਜਿਲਦ ਆ ਮਲਕ ਜਰਸਸ ਤੋਂ ਰਾਜਾ ਜਰਸਤ ਤੱਕ। ਜਰਸਤ ਨੂੰ ਕਬਾਇਲੀ ਹੱਥੇ ਉਹਨਾਂ ਨੇ ਲਿਖਿਆ, ਰਾਜਾ ਜਾਂ ਰਾਜਪੂਤ ਕੋਈ ਨਹੀਂ ਲਿਖਿਆ। ਬਾਅਦੋਂ ਰਾਜਾ ਰਾਏ ਬਹੀਮ ਜਿਹੜਾ ਜੰਮੂ ਦਾ ਹੁਕਮਰਾਨ ਸੀ, ਇਹਨੂੰ ਸ਼ਿਕਸਤ ਦੇ ਕੇ ਅਤੇ ਰਾਜਾ ਬਣਦਾ, ਹੁਕਮਰਾਨ ਬਣਦਾ। ਜਰਸਤ ਪੈਦਾਇਸ਼ੀ ਕਬਾਇਲੀ ਸੀ ਅਤੇ ਰਾਜਾ ਨਹੀਂ ਸੀ। ਉਹ ਰਾਜਪੂਤ ਰਾਜਾ ਰਾਏ ਬਹੀਮ ਨੂੰ ਸ਼ਿਕਸਤ ਦੇਣ ਤੋਂ ਬਾਅਦ ਰਾਜਾ ਕਹਿਲਾਇਆ ਅਤੇ ਹੁਕਮਰਾਨ ਬਣਿਆ ਜੰਮੂ ਦਾ। ਹਿੰਦੂਆਂ ਦਾ ਲਫ਼ਜ਼ਾਂ ਨੂੰ ਉੱਤੇ ਥੱਲੇ ਕਰਨਾ ਅਤੇ ਹੇਰ ਫੇਰ ਅਤੇ ਚਲਾਕੀਆਂ ਮੈਂ ਤੁਹਾਨੂੰ ਵਿਖਾਉਣਾ। ਉਹਨਾਂ ਨੇ ਜਰਸਤ ਦੇ ਵਿੱਚ ਅਤੇ ਇਹਦੇ ਨਾਲ ਹੇ ਪਾ ਕੇ ਜਰਸਤ ਬਣਾ ਤਾ ਜਿਹੜਾ ਹਿੰਦੂ ਨਾਂ। ਅਗਰ ਐਸੇ ਜਸਰਤ ਦੇ ਵਿੱਚ ਤੁਸੀਂ ਅਲਿਫ ਦਾ ਇਜ਼ਾਫਾ ਕਰ ਦਿਓ ਅਤੇ ਅਰਬੀ ਨਾਂ ਬਣਦਾ ਜਸਾਰਤ, ਅਤੇ ਉਹਦਾ ਮਤਲਬ ਵੀ ਉਹਦੇ ਨਾਲ ਮਿਲਦਾ ਜੁਲਦਾ ਹੈ ਕਿ ਬਹਾਦਰ, ਬੋਲਡ ਅਤੇ ਬਹਰਹਾਲ ਸਾਡੀ ਤਹਿਕੀਕ ਕੇ ਮੁਤਾਬਿਕ ਇਹ ਨਿਕਨੇਮ ਆ। ਇਹਦੇ ਅਗਰ ਹਿੰਦੂਆਂ ਦੀ ਤਰ੍ਹਾਂ ਲਫ਼ਜ਼ ਉੱਤੇ ਥੱਲੇ ਕਰਨੇ ਆ, ਇਸ ਦੇ ਅੱਗੇ ਇਹ ਲਾ ਦਿਓ ਅਤੇ ਜਸਾਰਤ ਬਣ ਗਿਆ ਅਰਬੀ ਨਾਂ, ਅਤੇ ਇਹਦੇ ਨਾਲ ਹੇ ਲਾ ਦਿਓ ਅਤੇ ਹਿੰਦੂ ਨਾਂ ਬਣ ਗਿਆ। ਵੀਡੀਓ ਤੁਸੀਂ ਐਂਡ ਤੱਕ ਵੇਖੋਗੇ, ਤੁਹਾਨੂੰ ਜਰਸਤ ਖੋਖਰ ਦਾ ਸ਼ਜਰਾ ਨਸਬ ਵੀ ਵਿਖਾਉਂਦੇ ਆ। ਵੀਡੀਓ ਤੁਸੀਂ ਐਂਡ ਤੱਕ ਵੇਖੋ। ਅਸਲੀ ਜਿਹੜੇ ਰਾਜਪੂਤ ਆ ਜਿਨ੍ਹਾਂ ਦੇ ਨਾਲ ਖੋਖਰ ਲੱਗਦਾ ਉਹਨਾਂ ਨੂੰ ਮੈਂ ਡਿਸਕਸ ਕਰਾਂਗਾ, ਅਤੇ ਰਾਜਪੂਤ ਜਿਹੜੇ ਆ ਉਹਨਾਂ ਨੂੰ ਮੈਂ ਡਿਸਕਸ ਕਰਾਂਗਾ ਉਹ ਰਾਜਪੂਤ ਹੀ ਹੈਗੇ ਆ। ਇਹਨਾਂ ਦੇ ਮੈਂ ਸ਼ਜਰੇ ਅਤੇ ਸਬੂਤ ਲੈ ਕੇ ਆਵਾਂਗਾ ਅੱਗੇ। ਵੀਡੀਓ ਤੁਸੀਂ ਐਂਡ ਤੱਕ ਵੇਖਣੀ ਹੈ ਅਤੇ ਰਾਜਪੂਤ ਭਰਾਵਾਂ ਨੂੰ ਵੀ ਮੈਂ ਵਿੱਚ ਸਾਰਾ ਡਿਸਕਸ ਕੀਤਾ ਕਿ ਅਸਲ ਕਹਾਣੀ ਅਤੇ ਪਹਿਲੀ ਹੈ ਕੀ ਆ ਅਤੇ ਇਖਤਲਾਫ ਕਿੱਥੋਂ ਬਣਿਆ, ਅਤੇ ਜੱਟਾਂ ਨੂੰ ਵੀ ਡਿਸਕਸ ਕੀਤਾ। ਹਿੰਦੂਆਂ ਦੇ ਖੋਖਰਾਂ ਦੇ ਬਾਰੇ 'ਚ ਮੌਕਫ ਆ। 2000 ਸਾਲ ਪੁਰਾਣੀ ਕੌਮ ਆ ਅਤੇ ਜੱਟਾਂ ਦਾ 500 ਸਾਲ ਪੁਰਾਣੀ ਕੌਮ ਆ। ਇੱਥੇ ਹੁਣ ਅਸੀਂ ਮਸ਼ਕੂਕ ਖੋਖਰ ਜਾਂ ਡਾਊਟਫੁਲ ਖੋਖਰਾਂ ਦਾ ਜ਼ਿਕਰ ਕਰਾਂਗੇ ਅਤੇ ਉਹ ਤੁਹਾਨੂੰ ਸਬੂਤ ਵਿਖਾਵਾਂਗੇ ਕਿਵੇਂ ਆ। ਅੱਜ ਤੋਂ 20 ਸਾਲ ਪਹਿਲਾਂ ਲੋਕ ਸੱਚੇ ਸਨ ਅਤੇ ਉਦੋਂ ਦੀ ਤਾਦਾਦ ਦੱਸੇਗੀ ਕਿ ਕੌਣ ਕੀ ਆ। 1901 ਦੀ ਮਰਦਮਸ਼ੁਮਾਰੀ ਦੇ ਵਿੱਚ ਰਾਜਪੂਤ 97 ਲੱਖ ਆ, 1 ਕਰੋੜ ਦੇ ਕਰੀਬ ਆ। ਅਤੇ ਜੱਟ ਜਿਹੜੇ ਆ ਉਹ 70 ਲੱਖ ਤੋਂ 71 ਲੱਖ ਆ। ਅਤੇ ਉਹਨਾਂ 'ਚ ਚੰਗੀ ਤਾਦਾਦ ਹਿੰਦੂਆਂ ਦੀਆਂ, ਰਾਜਪੂਤਾਂ 'ਚ ਵੀ, ਜੱਟਾਂ 'ਚ ਵੀ, ਬਾਕੀ ਮਜ਼ਹਬ ਵੀ ਵਾਹਵਾ। ਅਤੇ ਉਹਨਾਂ ਦੀਆਂ ਨਾਲ ਥੋੜ੍ਹੀਆਂ ਬਹੁਤੀਆਂ ਗੋਤਾਂ ਵੀ ਆ, ਜਟਾਪੂ ਵਗੈਰਾ, ਉਹਨਾਂ 'ਚ ਵੀ ਵੇਖ ਲਓ ਕਿੰਨੇ ਹਿੰਦੂਆਂ ਦੇ ਖੋਖਰ ਜਿਹੜੇ ਆ ਉਹ ਸਿਰਫ 1,17,000 ਆ, ਸਿਰਫ 1,17,000 ਆ, ਅਤੇ ਉਹ ਵੀ 99.9% ਮੁਸਲਮਾਨ ਆ। ਇਹ ਹੁਣ ਗੋਤਾਂ ਵੇਖ ਲਓ, ਪਾਟਿਆ, ਚਿੱਬਾ, ਰਾਂਗੜ, ਰਾਣਾ, ਇਹ ਸਾਰਿਆਂ ਦੇ ਵਿੱਚ ਹਿੰਦੂਆਂ ਦੀ ਤਾਦਾਦ ਵੇਖ ਲਓ ਕਿੰਨੀ ਆ। ਮਤਲਬ ਬਾਜ਼ ਗੋਤਾਂ ਦੀ ਤਾਦਾਦ ਬਿਲਕੁਲ ਥੋੜ੍ਹੀ ਆ, ਫਿਰ ਵੀ ਚੰਗੀ ਤਾਦਾਦ 'ਚ ਉਹਦੇ 'ਚ ਹਿੰਦੂ ਆ। ਕਿਉਂਕਿ ਹੁਣ ਅਸੀਂ ਮੁਸਲਮਾਨਾਂ ਦਾ ਮੌਕਫ ਵੇਖਾਂਗੇ ਕਿ ਖੋਖਰ 1000 ਸਾਲ ਪੁਰਾਣੀ ਕੌਮ ਆ ਅਤੇ ਕੁਤਬ ਸ਼ਾਹ ਦੀ ਔਲਾਦ ਆ। ਅੱਜ ਤੋਂ 120 ਸਾਲ ਪਹਿਲਾਂ 1901 ਦੇ ਵਿੱਚ ਖੋਖਰ 1,17,000 ਦੇ ਵਿੱਚ ਸਾਰੇ ਮੁਸਲਮਾਨ ਆ। ਵਿੱਚ ਨਵੇਂ ਜਿਹੜੇ 100-150 ਹਿੰਦੂ ਅਤੇ ਸਿੱਖ ਖੋਖਰ ਬਣੇ ਆ, ਅਤੇ ਕ੍ਰਿਸਚਨ ਵਿੱਚ ਇੱਕ ਵੀ ਨਹੀਂ ਆ। ਹੁਣ ਕ੍ਰਿਸਚਨ ਇਹਨਾਂ ਚੰਗੀ ਭਲੀ ਤਾਦਾਦ 'ਚ ਆ, ਹਿੰਦੂ, ਸਿੱਖ, ਕ੍ਰਿਸਚਨ ਵਾਧੂ ਬਣੇ ਆ। ਕੋਈ 200-100 ਸਾਲ ਪਹਿਲੇ ਖੋਖਰ ਬਣੇ ਆ ਸਾਰੇ। ਇਹ ਨਵੇਂ ਅਤੇ ਡਾਊਟਫੁਲ ਅਤੇ ਮਸ਼ਕੂਕ ਖੋਖਰ ਆ।
ਤੇ ਅਗਰ ਤੁਸੀਂ ਥੋੜ੍ਹਾ ਜਿਹਾ ਹੋਰ ਪਿੱਛੇ ਜਾਂਦੇ ਹੋ ਤਾਂ ਮੇਰੇ ਖਿਆਲ ਨਾਲ ਜਿਹੜੇ ਹਿੰਦੂ ਸਿੱਖ ਥੋੜ੍ਹੇ ਬਹੁਤੇ ਹੈਗੇ ਆ ਵੀ ਕੋਈ ਨਹੀਂ। ਅਤੇ ਇਹ ਦੂਜਾ ਸਬੂਤ ਆ ਅਵਾਨਾਂ ਦੇ ਨਾਲ ਇਹਨਾਂ ਦੀ ਮੁਸ਼ਾਬਤ ਵੇਖੋ ਕਿ ਅਵਾਨ ਸਾਰਿਆਂ ਨਾਲੋਂ ਪਹਿਲੇ ਪੰਜਾਬ 'ਚ ਜ਼ਿਆਦਾ, ਫਿਰ ਕਸ਼ਮੀਰ 'ਚ, ਫਿਰ ਬਲੋਚਿਸਤਾਨ 'ਚ। ਖੋਖਰ ਵੀ ਸਾਰਿਆਂ ਨਾਲੋਂ ਪਹਿਲੇ ਪੰਜਾਬ 'ਚ ਜ਼ਿਆਦਾ, ਕਸ਼ਮੀਰ 'ਚ, ਫਿਰ ਤੇ ਤੀਜੇ ਹੱਥ ਬਲੋਚਿਸਤਾਨ 'ਚ। ਇਹਨਾਂ 'ਚ ਸਾਰੀਆਂ ਮੁਸ਼ਾਬਤਾਂ ਖੋਖਰਾਂ ਅਤੇ ਇਰਾਨਾਂ 'ਚ ਸੇਮ ਆ। ਉਹ ਵੀ ਅਵਾਨ 100% ਮੁਸਲਮਾਨ ਆ, ਇੱਕ ਵੀ ਵਿੱਚ ਹਿੰਦੂ ਸਿੱਖ ਨਹੀਂ। ਖੋਖਰ 99.9% ਮੁਸਲਮਾਨ 120 ਸਾਲ ਪਹਿਲਾਂ। ਫਿਰ ਕੁਤਬ ਸ਼ਾਹ ਦੀ ਔਲਾਦ ਦਾ ਸਬੂਤ ਇੱਕ ਇਹ ਵੀ ਆ ਕਿ ਅਕਸਰ ਲੋਕ ਜਿਹੜੇ ਆ ਉਹ ਇੰਝ ਕਲੇਮ ਕਰਦੇ ਆ ਲੇਕਿਨ ਉਹ ਹੁੰਦੇ ਨਹੀਂ ਆ। ਇਹਨਾਂ ਕੋਲ ਸ਼ਜਰੇ ਪਏ ਆ ਅਤੇ ਇਹਨਾਂ ਵਿੱਚ ਬੇਸ਼ੁਮਾਰ ਵਲੀ ਅਤੇ ਸੂਫੀ ਬਜ਼ੁਰਗ ਪੈਦਾ ਹੋਏ ਆ, ਜਿਵੇਂ ਸਿਆਲਵੀ ਸਾਹਿਬ, ਨੌਸ਼ਾਗੰਜ ਬਖਸ਼ ਸਾਹਿਬ ਅਤੇ ਇੰਝ ਦੀਗਰ। ਅਤੇ ਇਸ ਵਜ੍ਹਾ ਤੋਂ ਇਹ ਲੋਕ ਜਿਹੜੇ ਆ ਕੁਤਬ ਸ਼ਾਹ ਦੀ ਔਲਾਦ ਹੀ ਆ। ਇਹਨਾਂ ਕੋਲ ਸਦੀਆਂ ਪੁਰਾਣਾ ਸ਼ਜਰੇ ਪਏ ਆ, ਉਹ ਮੈਂ ਤੁਹਾਨੂੰ ਅੱਗੇ ਵਿਖਾਉਂਦਾ ਅਤੇ ਤੁਸੀਂ ਵੀਡੀਓ ਐਂਡ ਤੱਕ ਵੇਖੋ। ਇਹ ਵੀ ਇੱਕ ਇਹਨਾਂ ਦਾ ਸਬੂਤ ਆ ਕੁਤਬ ਸ਼ਾਹ ਦੀ ਔਲਾਦ ਹੋਣ ਦਾ। ਅਕਸਰ ਜਿਹੜੇ ਲੋਕ ਆਪਣੇ ਨੂੰ ਅਰਬਾਂ ਨਾਲ ਰਲਾਉਂਦੇ ਉਹਨਾਂ ਕੋਲ ਕੋਈ ਸ਼ਜਰੇ ਨਹੀਂ ਪਏ ਹੁੰਦੇ, ਉਹਨਾਂ 'ਚ ਕੋਈ ਵਲੀ ਬਜ਼ੁਰਗ ਵਗੈਰਾ ਨਹੀਂ ਪੈਦਾ ਹੋਇਆ ਹੁੰਦਾ। ਬਹਰਹਾਲ ਜਿਹੜੇ ਖੋਖਰ ਅਤੇ ਅਵਾਨ ਆ ਇਹਨਾਂ ਦੇ ਕੋਲ ਬੜੇ ਪੁਰਾਣੇ ਸ਼ਜਰੇ ਪਏ ਆ। ਚੰਦ ਇਹਨਾਂ ਦੇ ਪੁਰਾਣੇ ਸ਼ਜਰੇ ਤੁਹਾਨੂੰ ਨਾਲ ਸ਼ੇਅਰ ਕਰਨੇ ਆ। ਖੱਬੇ ਪਾਸੇ ਵੇਖ ਲਓ, ਇਹ ਸ਼ਜਰਾ ਵੀ ਸਦੀਆਂ ਪੁਰਾਣਾ ਅਵਾਨਾਂ ਦਾ। ਇਹ ਸੱਜੇ ਪਾਸੇ ਵੀ ਸ਼ਜਰਾ ਵੇਖ ਲਓ, ਉਹਦੇ ਜ਼ਮਾਨ ਅਲੀ ਸ਼ਾਹ ਖੋਖਰ ਇੱਕ ਪੁੱਤਰ ਆ ਕੁਤਬ ਸ਼ਾਹ ਦਾ। ਅਤੇ ਖੱਬੇ ਪਾਸੇ ਵਾਲੇ ਸ਼ਜਰੇ 'ਚ ਵੀ ਜ਼ੈਨਬ ਜਿਹੜੀ ਕਿ ਰਾਜਪੂਤ ਤੋਂ ਮੁਸਲਮਾਨ ਹੋਈ, ਉਹਦਾ ਵੀ ਪੁੱਤਰ ਇੱਕ ਜ਼ਮਾਨ ਅਲੀ ਖੋਖਰ ਆ। ਹੁਣ ਅਸੀਂ ਫਿਰ ਹਿੰਦੂਆਂ ਦੀਆਂ ਦਲੀਲਾਂ ਦੇ ਸਬੂਤਾਂ ਦੀ ਤਰਫ ਆਵਾਂਗੇ। ਉਹ ਕਹਿੰਦੇ ਆ ਕਿ ਸਾਡੇ ਉੱਥੇ ਪਿੰਡ ਆ ਖੋਖਰਾਂ ਦੇ ਜਿਹੜੇ ਸਾਰੇ ਹਿੰਦੂ ਆ। ਅਤੇ ਇਹ ਤੁਸੀਂ ਦੋ ਪਿੰਡ ਵਿਖਾਉਣਾ ਤੁਹਾਨੂੰ ਮਿਸਾਲ ਦੇ ਤੌਰ 'ਤੇ। ਖੋਖਰ ਪਿੰਡ ਆ ਜਿਹੜਾ ਬਟਾਲਾ ਦੇ ਵਿੱਚ, ਇਹਦੇ ਵਿੱਚ ਸਿਰਫ 1000 ਲੋਕ ਰਹਿੰਦੇ ਆ ਅਤੇ 210 ਘਰ ਆ, ਮਤਲਬ ਨਵਾਂ ਪਿੰਡ ਹੀ ਬਣਿਆ। ਦੂਜਾ ਖੋਖਰ ਖੁਰਦ, ਇਹ ਪਿੰਡ ਆ, ਇਹ ਵੀ ਹਿੰਦੁਸਤਾਨ 'ਚ ਆ, ਮਾਨਸਾ ਦੇ ਵਿੱਚ। ਅਤੇ ਇਹਦੇ ਵਿੱਚ 2184 ਪਾਪੂਲੇਸ਼ਨ ਆ ਇਹਦੀ। ਇਹ ਵੀ ਸਾਬਤ ਹੁੰਦਾ ਨਵਾਂ ਹੀ ਬਣਿਆ ਅਤੇ ਇੱਥੇ ਪਾਪੂਲੇਸ਼ਨ ਕੋਈ ਨਹੀਂ ਆ। ਜਿਹੜੇ ਪੂਰੇ ਪਿੰਡ ਦੱਸਦੇ ਆ ਖੋਖਰਾਂ ਦੇ ਬਿਲਕੁਲ ਨਵੇਂ ਬਣੇ ਆ 200 ਸਾਲ ਪਹਿਲਾਂ, ਅਤੇ ਕੋਈ ਤਾਦਾਦ ਨਹੀਂ। ਇਹ ਉਹਦੇ ਬਰਕਸ ਤੁਸੀਂ ਇੱਧਰ ਪਾਕਿਸਤਾਨ ਵਾਲੇ ਕੁਤਬ ਸ਼ਾਹੀ ਖੋਖਰ ਜਿਹੜੇ ਕਹਿੰਦੇ ਆ ਆਪਣੇ ਆਪ ਨੂੰ, ਉਹਨਾਂ ਦਾ ਪਿੰਡ ਵੇਖੋ, ਵਾਂ ਬੱਚੜ ਇੱਕ ਇਹਨਾਂ ਦੀ ਗੋਤ ਆ ਖੋਖਰਾਂ ਦੀ ਜਿਹੜੇ ਆਪਣੇ ਆਪ ਨੂੰ ਕੁਤਬ ਸ਼ਾਹੀ ਆਉਂਦੇ ਆ। ਉਹ 65,000 ਉਹਨਾਂ ਦੀ ਤਾਦਾਦ ਆ ਹੈ। ਅਤੇ 400 ਸਾਲ ਪੁਰਾਣਾ ਇਹ ਪਿੰਡ ਆ, ਜਿੱਥੇ ਸ਼ੇਰ ਸ਼ਾਹ ਸੂਰੀ ਦਾ ਵੀ ਕਿਲੇ ਵਗੈਰਾ ਹੈਗੇ ਆ। ਉਹਦੇ ਨਾਲ ਖੋਖਰ ਜ਼ੇਰ ਜਿਹੜਾ ਉਹਦੇ ਵਿੱਚ 10,000 ਉਹਨਾਂ ਦੀ ਤਾਦਾਦ ਆ ਲੋਕਾਂ ਦੀ। ਇਹ ਵੀ ਖੋਖਰਾਂ ਦਾ ਪਿੰਡ ਹੈ ਚਕਵਾਲ ਦੇ ਵਿੱਚ। ਇਹ ਦੋ ਪਿੰਡ ਉਹਨਾਂ ਦਾ ਮੁਆਜ਼ਨਾ ਅਤੇ ਦੋ ਇੱਧਰ ਦੂਜੇ ਖੋਖਰਾਂ ਦੇ ਪਿੰਡਾਂ ਦਾ ਮੁਆਜ਼ਨਾ ਮੈਂ ਤੁਹਾਨੂੰ ਵਿਖਾਇਆ। ਇਹਨਾਂ ਦੇ ਪਿੰਡਾਂ ਦੀ ਤਾਦਾਦ ਵੀ ਜ਼ਿਆਦਾ ਅਤੇ ਪੁਰਾਣੇ ਪਿੰਡ ਆ ਜਿਹੜੇ ਖੋਖਰ ਖਾਲੀ ਖੋਖਰ ਕਹਿੰਦੇ ਆ ਆਪਣੇ ਆਪ ਨੂੰ, ਜਾਂ ਨਾਲ ਕੁਤਬ ਸ਼ਾਹੀ ਆਪਣੇ ਆਪ ਨੂੰ ਵਜ਼ਾਹਤ ਦੇ ਤੌਰ 'ਤੇ ਕਹਿੰਦੇ ਆ। ਅਤੇ ਬਾਜ਼ ਇਹਨਾਂ ਦੇ ਵਿੱਚ ਆਪਣੇ ਨਾਲ ਮਲਕ ਲਾਉਂਦੇ ਆ, ਕਿਉਂਕਿ ਅਵਾਨ ਜਿਹੜੇ ਆ ਮਲਕ ਆ ਅਤੇ ਖੋਖਰ ਵੀ ਜਿਹੜੇ ਆ ਹੈ ਅਤੇ ਕੁਤਬ ਸ਼ਾਹ ਦੀ ਔਲਾਦ 'ਚੋਂ ਹੀ। ਬਾਜ਼ ਨਵੀਆਂ ਅਵਾਨਾਂ ਦੀਆਂ ਕਿਤਾਬਾਂ 'ਚ ਨਾ ਇਹ ਗੱਲ ਆਈ ਆ ਕਿ ਖੋਖਰ ਜਿਹੜਾ ਮਾਂ ਦੀ ਸਾਈਡ ਤੋਂ ਮਿਲਿਆ। ਗੱਲ ਟੈਕਨੀਕਲੀ ਬਿਲਕੁਲ ਗਲਤ ਆ ਅਤੇ ਹੁਣ ਪਾਈ ਗਈ ਆ ਕਿਤਾਬਾਂ 'ਚ। ਅਸ਼ਾਰ ਜਿਹੜੇ ਆ 200 ਸਾਲ ਪੁਰਾਣੇ ਆ। ਇੱਥੇ ਖੋਖਰ ਲਫ਼ਜ਼ ਦਾ ਓਰੀਜਨ ਦੱਸਿਆ ਗਿਆ ਕਿ ਖੂਨਖਾਰ ਤੋਂ ਬਣਿਆ। ਇਹ ਮਾਂ ਸਾਈਡ ਤੋਂ ਨਹੀਂ, ਇੱਕ ਨਿਕ ਨੇਮ ਆ, ਇੱਕ ਲਕਬ ਆ ਜਿਹੜਾ ਜ਼ਮਾਨ ਸ਼ਾਹ ਨੂੰ ਮਿਲਿਆ ਆ। ਬਾਕੀ ਅੱਜ ਕੱਲ੍ਹ ਇਹ ਹਿੰਦੂ ਅਤੇ ਸਿੱਖ ਖੋਖਰਾਂ ਦੀ ਵਜ੍ਹਾ ਤੋਂ ਅਵਾਨਾਂ ਦੀਆਂ ਕਿਤਾਬਾਂ ਦੇ ਵਿੱਚ ਪ੍ਰੈਸ਼ਰ ਨਾਲ ਉਹਨਾਂ ਨੇ ਇਹ ਗੱਲ ਆਪਣੇ ਕੋਲੋਂ ਖਿਆਲੀ ਪਾਈ ਆ ਕਿ ਖੋਖਰ ਮਾਂ ਵਾਲੀ ਸਾਈਡ ਤੋਂ ਮਿਲਿਆ। ਅਵਾਨਾਂ ਦੇ ਜਿਹੜੀਆਂ ਜ਼ਿਆਦਾ ਪੁਰਾਣੀਆਂ ਕਿਤਾਬਾਂ 200 ਸਾਲ ਜਾਂ ਉਸ ਤੋਂ ਵੀ ਜ਼ਿਆਦਾ, ਉੱਥੇ ਕਿਤੇ ਵੀ ਇਹ ਗੱਲ ਨਹੀਂ ਮੌਜੂਦ ਹੈਗੀ ਕਿ ਮਾਂ ਵਾਲੀ ਸਾਈਡ ਤੋਂ ਲਫ਼ਜ਼ ਮਿਲਿਆ। ਇਹ ਹੁਣ ਆ ਕੇ ਕਿਤਾਬਾਂ ਦੇ ਵਿੱਚ ਇਹ ਚੀਜ਼ ਪਾਈ ਆ ਅਤੇ ਇਹ ਨਵੀਆਂ ਸਾਰੀਆਂ ਕਿਤਾਬਾਂ 'ਚ ਹੈਗੀ ਆ, ਕੋਈ ਵੀ ਪੁਰਾਣੀ ਕਿਤਾਬ 'ਚ ਨਹੀਂ ਹੈ। ਅਸੀਂ ਪਹਿਲੇ ਵੀ ਬਿਆਨ ਕਰ ਚੁੱਕੇ ਖੋਖਰ ਲਫ਼ਜ਼ ਖੁਦ ਇੱਕ ਨਿਕ ਨੇਮ ਅਤੇ ਲਕਬ ਆ ਜਿਹੜਾ ਜ਼ਮਾਨ ਸ਼ਾਹ ਨੂੰ ਮਿਲਿਆ। ਅਤੇ ਇਹ ਤੁਸੀਂ ਤਰਜਮਾ ਉਹਨਾਂ ਫਾਰਸੀ ਸ਼ਾਰ ਦਾ ਵੇਖ ਲਵੋ। ਹੁਣ ਅਸੀਂ ਡਿਸਕਸ ਕਰਾਂਗੇ ਰਾਜਪੂਤ ਖੋਖਰਾਂ ਨੂੰ ਜਿਹੜੇ ਵਾਕਈ ਨਸਲਨ ਰਾਜਪੂਤ ਆ ਅਤੇ ਇਹਨਾਂ ਦੀ ਖਾਨਦਾਨੀ ਰਵਾਇਤਾਂ ਵੀ ਇਹੀ ਦੱਸਦੀਆਂ ਕਿ ਰਾਜਪੂਤ ਆ ਅਤੇ ਲੋਕ ਰਾਜਪੂਤ ਹੀ ਹੈਗੇ ਆ। ਖੋਖਰ ਇਹਨਾਂ ਦੇ ਨਾਲ ਲਫ਼ਜ਼ ਵੀ ਲੱਗਦਾ। ਇਹਨਾਂ ਨੂੰ ਵੀ ਅਸੀਂ ਐਕਸਪਲੇਨ ਕਰਨੇ ਆ ਥੋੜ੍ਹਾ ਜਿਹਾ ਕਿ ਤੁਹਾਨੂੰ ਇਹਨਾਂ ਦੇ ਸ਼ਜਰਾ ਹੀ ਵਿਖਾਉਂਦੇ ਹਾਂ। ਅਤੇ ਇਹਨਾਂ 'ਚ ਵੀ ਦੋ ਕੈਟਾਗਰੀਆਂ, ਉਹ ਦੋਨਾਂ ਨੂੰ ਵੀ ਡਿਸਕਸ ਕਰਨੇ ਆ। ਹਿੰਦੂਆਂ ਦੀ ਵਿੱਚ ਜਿਹੜੀ ਮਿਲਾਵਟ ਉਹ ਵੀ ਦੱਸਣੇ ਆ। ਸਮਝਣਾ ਜ਼ਰੂਰੀ ਹੈ ਕਿ ਰਾਜਪੂਤ ਦਾ ਮਤਲਬ ਕੀ ਆ। ਰਾਜਪੂਤ ਦਾ ਮਤਲਬ ਆ ਪ੍ਰਿੰਸ, ਬਾਦਸ਼ਾਹ ਕਾ ਬੇਟਾ, ਰਾਜਪੂਤਰਾ। ਆਮ ਅਲਫਾਜ਼ 'ਚ ਅਗਰ ਤੁਸੀਂ ਕਹੋ ਕਿ ਹਿੰਦੁਸਤਾਨ ਦੇ ਜਿਹੜੇ ਰੋਇਲ ਫੈਮਲੀਆਂ ਜਾਂ ਰਾਜਪੂਤ ਜਾਂ ਰਾਜਾ ਜਾਂ ਹੁਕਮਰਾਨ ਲੋਕ ਆ, ਇਹਨਾਂ ਦੀ ਔਲਾਦ ਰਾਜਪੂਤ ਕਹਿਲਾਈ।
ਤੇ ਰਾਜਪੂਤ ਇਹੀ ਜ਼ਾਹਿਰ ਹੁੰਦੀ ਹੈ ਇੱਕ ਜ਼ਾਤ, ਕੋਈ ਕਬੀਲਾ ਟੈਪ ਨਹੀਂ ਹੈ ਇਹਨਾਂ ਦੀ। ਹਰ ਗੋਤ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਸਲਤਨਤ ਇਹਨਾਂ ਦੀ ਹੋਣੀ ਹਿੰਦੁਸਤਾਨ ਦੀ ਹਿਸਟਰੀ 'ਚ। ਤੇ ਕੁਛ ਕਬਾਇਲੀ ਲੋਕ ਹੀ ਬਹਰਹਾਲ ਆਪਣੇ ਆਪ ਨੂੰ ਰਾਜਪੂਤ ਸਦਾਉਂਦੇ ਆ। ਸਾਨੂੰ ਇੱਕ ਛੱਜਰਾ ਮਿਲਿਆ ਰਥੋਰਾਂ ਦਾ, ਉਹਦੇ ਵਿੱਚ ਖੋਖਰਾਂ ਦਾ ਜ਼ਿਕਰ ਹੈਗਾ। ਇਹ ਛੱਜਰਾ ਪੁਰਾਣਾ ਜਾਂ ਸਦੀਆਂ ਪੁਰਾਣੀਆਂ ਤੇ ਨਹੀਂ ਆ, ਇਹ ਡਿਜੀਟਲ ਆ ਤੇ ਟੋਟਲ ਇਤਬਾਰ ਤੇ ਕਾਬਲ ਤਾਂ ਨਹੀਂ ਆ। ਬਹਰਹਾਲ ਇਹਦੇ ਵਿੱਚ ਇੱਕ ਹੈਗੇ ਆ ਖੋਖਰ ਜੀ ਤੇ ਰਥੋਰ ਖੋਖਰ। ਇਹ ਇਹਨਾਂ ਦਾ ਜਿਹੜਾ ਓਰੀਜਨ ਆ ਉਹ 14ਵੀਂ ਸਦੀ ਬਣਦਾ ਤੇ ਇਹਨਾਂ ਦਾ ਮਤਲਬ ਕਿ 14ਵੀਂ ਸਦੀ ਤੋਂ ਖੋਖਰ ਲੱਗਣਾ ਸਟਾਰਟ ਇੱਕ ਗੋਤ ਨਾਲ ਰਥੋਰਾਂ ਦੀ 'ਚ ਹੋਇਆ। ਤੇ ਇਹ ਨਸਲ ਰਾਜਪੂਤ ਹੀ ਹੈਗੇ ਆ, ਰਾਜਪੂਤ ਰਥੋਰ ਆ। ਖੋਖਰ ਇਹਨਾਂ ਨਾਲ ਲਫ਼ਜ਼ ਲੱਗਦਾ, ਇਹ ਇਹਦਾ ਨਹੀਂ ਪਤਾ ਕਿਵੇਂ ਲੱਗਾ ਕਿ ਕੀ ਚੱਕਰ ਆ। ਬਹਰਹਾਲ ਇਹ ਨਸਲਨ ਲੋਕ ਰਾਜਪੂਤ ਆ, ਇਹਨਾਂ 'ਚ ਰਵਾਇਤ ਵੀ ਰਾਜਪੂਤਾਂ ਲਈ ਆ। ਤੇ ਖੋਖਰ ਲਫ਼ਜ਼ 1100 ਤੋਂ ਪਹਿਲੇ ਕੋਈ ਵਜੂਦ ਨਹੀਂ ਨਜ਼ਰ ਆਉਂਦਾ ਤੇ ਇਹ ਇਹਨਾਂ ਨਾਲ ਵੀ ਲੱਗਾ ਖੋਖਰ। ਦੂਜੀ ਕਿਸਮ ਇਹਨਾਂ ਦੀ ਰਾਜਪੂਤ ਖੋਖਰਾਂ ਦੀ ਇਹ ਆ ਕਿ ਜਿਹੜੇ ਮਿਲਦੇ ਜੁਲਦੇ ਲਫ਼ਜ਼ਾਂ ਦੀ ਤਵੀਲਾਤ ਕਰਦੇ ਆ ਤੇ ਸਦੀਆਂ ਪੁਰਾਣਾ 5000 ਸਾਲ ਪੁਰਾਣਾ ਜਾਂ 2000 ਸਾਲ ਪੁਰਾਣਾ ਦੱਸਦੇ ਆ। ਤੇ ਇਹੋ ਜਿਹੇ ਛੱਜਰੇ ਦੱਸਦੇ ਆ ਕਕੂਰਾ ਕੁਕੂਰਾ ਇੰਜ ਦੇ ਲਫ਼ਜ਼ਾਂ ਦੇ ਨਾਲ ਤਵੀਲਾਤ ਕਰਦੇ ਆ। ਤੇ ਇਹ ਦੋਵੇਂ ਕਰਦੇ ਆ, ਜੱਟ ਵੀ ਕਹਿੰਦੇ ਆ ਆਪਣੇ ਆਪ ਨੂੰ ਤੇ ਉਹ ਰਾਜਪੂਤ ਵੀ ਕਹਿੰਦੇ ਆ ਜਿਹੜੇ ਇੰਜ ਦੀ ਤਾਵੀਲਾਤ ਕਰਦੇ ਆ ਮਿਲਦੇ ਜੁਲਦੇ ਲਫ਼ਜ਼ਾਂ ਦੇ। ਕਿਸਮ ਦਾ ਅਨੁਸਾਰ ਜਿਹੜਾ ਹਿੰਦੂਆਂ ਦੇ ਸਿੱਖਾਂ ਦੀਆਂ ਕਿਤਾਬਾਂ ਮਿਸਾਲ ਦੇ ਤੌਰ 'ਤੇ ਕਹਿੰਦੇ ਆ ਖਾਸ ਕਾਰਸ ਕਰਕੋਟਕਾ ਕੋਕਰਾ ਵਗੈਰਾ ਤੋਂ ਨਿਕਲਿਆ ਖੋਖਰ ਲਫ਼ਜ਼। ਇਹ ਇਹਨਾਂ ਨਾਲ ਮਿਲਦੀਆਂ ਜੁਲਦੀਆਂ ਹੋਰ ਵੀ ਜ਼ਾਤਾਂ ਹੈਗੀਆਂ, ਕੁਕੂਰਾ, ਨਿਕੋਕਾਰਾ, ਗੱਕੜ, ਖਾਸਾ, ਖੱਖਾ ਤੇ ਕਾਕੜ ਵਗੈਰਾ। ਤੇ ਇਹ ਕੁੱਕਰ ਕੂਕਰ ਇਹ ਇਹਨਾਂ ਦੀ ਅਗਰ ਸਰਚ ਕਰੋ ਤਾਂ ਪਹਿਲੇ ਹੀ ਇਹ ਲਫ਼ਜ਼ ਮੌਜੂਦ ਆ ਹਿੰਦੁਸਤਾਨ 'ਚ ਤੇ ਇਹਨਾਂ ਦੇ ਕੁਛ ਹੋਰ ਹੀ ਮਤਲਬ ਆ ਤੇ ਹੁਣ ਇਹਨਾਂ ਦੀ ਕੁਛ ਹੋਰ ਹੀ ਤਵੀਲਾਤ ਕੀਤੀ ਜਾ ਰਹੀ ਆ। ਬਾਜ਼ ਲੋਕ ਜਿਹੜੇ ਆ ਲਕਬਾਂ ਨੂੰ ਜ਼ਾਤ ਸਮਝਦੇ ਆ ਤੇ ਕਨਫਿਊਜ਼ਨ ਬਣਾਉਂਦੇ ਆ। ਇਹ ਆਜਾਇਆ ਮੁਲਕ ਦੋਵੇਂ ਲਕਬ ਆ, ਇੱਕ ਅਰਬੀ ਦਾ ਤੇ ਇੱਕ ਹਿੰਦੀ ਦਾ ਲਕਬ ਆ ਤੇ ਇਹ ਅੱਜ ਕੱਲ੍ਹ ਹਰ ਕੋਈ ਯੂਜ਼ ਕਰਦਾ। ਬਾਜ਼ ਮੁਸਲਿਮ ਰਾਜਪੂਤ ਮੁਲਕ ਲਾਉਂਦੇ ਆ, ਬਾਜ਼ ਜਿਹੜੇ ਪਹਾੜੀ ਲੋਕ ਅਲਵੀ ਜਾਂ ਖੋਖਰ ਆ ਉਹ ਰਾਜਾ ਵੀ ਲਿਖਦੇ, ਹਾਲਾਂਕਿ ਉਹ ਅਲਵੀ ਕਹਿੰਦੇ ਆਪਣੇ ਆਪ ਨੂੰ। ਇਹਦੀ ਇੱਕ ਮਿਸਾਲ ਆ ਸੂਫੀ ਬਜ਼ੁਰਗ ਗੁਜ਼ਰਿਆ ਦਾਦਨ ਖਾਂ, ਜਿਨ੍ਹਾਂ ਦੇ ਨਾਂ 'ਤੇ ਪਿੰਡ ਦਾਦਨ ਖਾਂ। ਉਹ ਵੇਖੋ ਤੁਸੀਂ ਸਕਰੀਨ 'ਤੇ ਸੂਫੀ ਸੇਂਟ ਫਰੋਮ ਅਵਾਨ ਟਰਾਈਬ ਮਤਲਬ ਅਵਾਨ ਕਬੀਲੇ ਤੋਂ ਮਤਲਬ ਖੋਖਰ ਸਨ। ਇੱਕ ਦੂਜਾ ਪਹਿਲੂ ਇਹ ਹੈ ਕਿ ਬਾਜ਼ ਲੋਕ ਆਪਣੀ ਮਾਂ ਵਾਲੀ ਸਾਈਡ ਤੋਂ ਰਾਜਾ ਜਾਂ ਰਾਜਪੂਤ ਕਹਿਲਾਣਾ ਸ਼ੁਰੂ ਹੋ ਗਏ। ਜਿਵੇਂ ਜਰਸਦ ਖੋਖਰ ਨੂੰ ਤੁਸੀਂ ਛੱਜਰੇ 'ਚ ਵੇਖ ਲਓ, ਮਲਕ ਨੁਸਰਤ ਦੀ ਔਲਾਦ ਸਾਰੀ ਦਰਜਾ ਤੇ ਜਸਰਤ ਦੀ ਬੀਵੀ ਹਿੰਦੂ ਰਾਜੇ ਦੀ ਧੀ ਸੀ ਤੇ ਉਹਨਾਂ ਨੂੰ ਜ਼ਹਿਰ ਦੇ ਕੇ ਕਤਲ ਕੀਤਾ ਸੀ ਜਰਸਤ ਨੂੰ। ਤੇ ਉਹਦੀ ਔਲਾਦ ਦਾ ਸ਼ਹਿਦ ਦੇ ਛੱਜਰੇ ਦੇ ਵਿੱਚ ਕੋਈ ਉਹ ਦਰਜ ਨਹੀਂ ਹੈਗੇ ਤੇ ਨਾ ਹੀ ਉਹਦੀ ਔਲਾਦ ਦਾ ਕਿਸੇ ਨੂੰ ਸਹੀ ਤਰ੍ਹਾਂ ਉਹਦੀ ਤਾਰੀਖ ਪਤਾ। ਇਹੀ ਦਰਵਾਜ਼ਾ ਹੈ ਮਲਕ ਜਰਸਤ ਹੀ, ਜਿਹਦੇ ਬਗੈਰ ਖੋਖਰ ਕੌਮਾਂ ਖੋਖਰਾਂ 'ਚ ਵੜ ਜਾਂਦੀਆਂ ਤੇ ਜਾਂ ਕੁਛ ਲੋਕ ਆਪਣੀ ਮਾਂ ਵਾਲੀ ਸਾਈਡ ਤੋਂ ਰਾਜਾ ਕਹਿਲਾਣਾ ਸ਼ੁਰੂ ਹੋ ਗਏ। ਕਰ ਮਲਕ ਜਰਸਤ ਦੀ ਔਲਾਦ ਆਪਣੀ ਰਾਜਪੂਤ ਮਾਂ ਨਾਲ ਰਹੇ ਜਿਹੜੀ ਹਿੰਦੂ ਰਾਜੇ ਦੀ ਧੀ ਸੀ। ਉਹਦੇ ਜੱਟ ਖੋਖਰ ਜਿਹੜੇ ਆ ਇਹ ਨਾਨਕਿਆਂ ਵਾਲੀ ਸਾਈਡ ਤੋਂ ਜੱਟ ਖੋਖਰ ਕਹਿਲਾਏ, ਮਾਂ ਜੱਟ ਹੋਣ ਦੀ ਵਜ੍ਹਾ ਤੋਂ। ਇਹ ਗੱਲ ਖੋਖਰ ਐਂਡ ਲਾਈਨ ਬੁੱਕ ਦੇ ਵਿੱਚ ਸਿੱਖਾਂ ਨੇ ਮੰਨੀ ਆ। ਇਹ ਤਜ਼ਾਦ ਦਾ ਇੱਕ ਪਹਿਲੂ ਇਹ ਵੀ ਆ ਕਿ ਲੋਕਾਂ ਨੇ ਗੱਕਰ ਕੱਕੜ ਤੇ ਖੋਖਰ ਨੂੰ ਮਿਕਸ ਕੀਤਾ ਤੇ ਦੂਸਰੀਆਂ ਜ਼ਾਤਾਂ ਮਿਕਸ ਕਰਕੇ ਤੇ ਇੱਕ ਹਿਸਟਰੀ ਬਣਾਈ ਆ ਤੇ ਜਿਹਦੀ ਵਜ੍ਹਾ ਤੋਂ ਖੋਖਰਾਂ ਦੀ ਇੱਕ ਨਵੀਂ ਹਿਸਟਰੀ ਵਜੂਦ ਵਿੱਚ ਆ ਗਈ ਆ। ਤੇ ਖੋਖਰ ਜਿਹੜੇ ਆ ਇੱਥੇ ਵੀ ਲਿਖਿਆ ਇਨਵੇਡਰ ਆ, ਫੋਰਨ ਇਨਵੇਡਰ ਆ ਜਿਹੜੇ ਇੰਡੀਆ ਹੈ ਤੇ ਬਾਅਦ ਸਪਲਿਟ ਹੋ ਗਏ ਤੇ ਮੁਸਲਮਾਨ ਰਾਜਪੂਤ ਤੇ ਜੱਟ ਸੈਕਸ਼ਨ 'ਚ। ਤੇ ਇਹ ਤੋਂ ਜ਼ਿਆਦਾ ਜਿਹੜਾ ਤੀਸਰਾ ਪਹਿਲੂ ਉਹਨੂੰ ਡਿਸਕਸ ਕਰਾਂਗੇ, ਅੰਗਰੇਜ਼ਾਂ ਦੀਆਂ ਪੂੰਗੀਆਂ ਕੰਮ ਇਲਮੀ ਤੇ ਉਹਨਾਂ ਨੇ ਜ਼ਾਤਾਂ ਇੰਤਜ਼ਾਤ ਪਾਇਆ। ਅੰਗਰੇਜ਼ ਜਿਹੜੇ ਆਊਟਸਾਈਡਰ ਆ ਤੇ ਉਹਨਾਂ ਨੇ ਗੱਲਾਂ ਲਿਖੀਆਂ ਕਿ ਫਲਾਂ ਲੋਕੀ ਦਲੀਲ ਦਿੰਦੇ। ਅੰਗਰੇਜ਼ ਨੇ ਉਹਨੂੰ ਰਾਜਪੂਤ ਲਿਖਿਆ 1931 ਦੀ ਲਿਸਟ ਵਿੱਚ। ਉਸੇ ਲਿਸਟ ਦੇ ਵਿੱਚ ਗੋਰਿਆਂ ਨੇ ਕਿਆਨੀਆਂ ਨੂੰ ਤੇ ਮੁਗਲਾਂ ਨੂੰ ਵੀ ਰਾਜਪੂਤਾਂ ਦੀ ਲਿਸਟ ਵਿੱਚ ਪਾਇਆ ਕਿਉਂਕਿ ਉਹ ਆਊਟਸਾਈਡਰ ਆ। ਹੁਣ ਨਾ ਹੀ ਉਹ ਜ਼ਾਤ ਪਾਤ ਵਾਲੀ ਕੋਈ ਕੌਮ ਆ, ਉਹਨਾਂ ਨੂੰ ਕੀ ਪਤਾ ਇੱਥੇ ਦਾ। ਤੇ ਖੋਖਰ ਜਿਹੜੇ ਅਕਸਰ ਕੁਤਬ ਸ਼ਾਹ ਦੀ ਔਲਾਦ 'ਚ ਛੱਜਰੇ ਲੈ ਕੇ ਬੈਠੇ ਆ ਸਦੀਆਂ ਦੇ, ਉਹਨਾਂ ਦੀਆਂ ਵੀ ਜ਼ਮੀਨਾਂ 'ਤੇ ਉਹਨਾਂ ਦੇ ਨਾਲ ਖੋਖਰ ਦੇ ਨਾਲ ਰਾਜਪੂਤ ਲਿਖਿਆ ਤੇ ਉਹਨਾਂ ਦਾ ਅੰਦਰਾਜ ਵੀ ਰਾਜਪੂਤ ਖੋਖਰ ਨਾਲ ਹੀ ਆ। 12 ਲੋਕ ਕਹਿੰਦੇ ਅਸੀਂ ਕੁਤਬ ਸ਼ਾਹ ਦੀ ਔਲਾਦ ਹਾਂ ਤੇ ਗੋਰੇ ਨੇ ਸਾਨੂੰ ਰਾਜਪੂਤ ਦਰਜ ਕੀਤਾ ਜਾਂ ਅੰਦਰਾਜ ਵਿੱਚ ਲਿਖਿਆ। ਤੇ ਇੰਝ ਦੀਗਰ ਲੋਕ ਜਿਹੜੇ 100-200 ਸਾਲ ਪਹਿਲੇ ਗਲਤੀ ਨਾਲ ਵੀ ਰਾਜਪੂਤ ਲਿਖਾਉਂਦੇ ਆਏ ਆ, ਸਦਾਉਂਦੇ ਆਏ ਆ ਕਿਉਂਕਿ ਗੋਰੇ ਨੇ ਰਾਜਪੂਤ ਲਿਖ ਦਿੱਤਾ। ਅਸਲ ਦੇ ਵਿੱਚ ਗਲਤੀ ਗੋਰੇ ਦੀ ਵੀ ਨਹੀਂ, ਉਹਨੇ ਜਿੰਨੇ ਕੋਲ ਮਾੜੀ ਮੋਟੀ ਜ਼ਮੀਨ ਵੇਖੀ ਆ ਉਹਨੂੰ ਰਾਜਪੂਤ ਸਟੇਟਸ ਦੇ ਦਿੱਤਾ। ਜਿੰਦੇ ਜਿਹੜਾ ਥੋੜ੍ਹਾ ਤਕੜਾ ਉਹਦੀ ਜ਼ਾਤ ਦੇ ਨਾਲ ਰਾਜਪੂਤ ਲਿਖ ਦਿੱਤਾ ਕਿ ਰਾਜਪੂਤਰਾ।
ਤੇ ਇੰਝ ਹੀ ਜਿਹੜਾ ਥੋੜ੍ਹਾ ਬਾਜ਼ ਰਾਜਪੂਤ ਭਰਾਵਾਂ ਨੇ ਕੋਈ ਸਕਰੀਨਸ਼ਾਟ ਸੈਂਡ ਕੀਤਾ ਆਪਣੀ 80 ਸਾਲ ਪੁਰਾਣੀ ਕਿਤਾਬ ਤੋਂ ਕਿ ਖੋਖਰਾਂ ਨੂੰ ਤੇ ਦੀਗਰ ਜ਼ਾਤਾਂ ਨੂੰ ਜਿਹੜਾ ਅਸੀਂ ਮਸ਼ਕੂਕ ਹੀ ਸਮਝਦੇ ਹਾਂ ਜਾਂ ਮਸ਼ਕੂਕ ਲਿਖਿਆ ਗਿਆ ਇੰਨੇ ਸਾਲ ਪਹਿਲਾਂ, ਜਾਂ ਇਹਨਾਂ ਨੂੰ 200 ਸਾਲ ਪਹਿਲਾਂ ਬਣੇ ਹੋਏ ਰਾਜਪੂਤ ਸਮਝਦੇ ਹਾਂ। ਉਹ ਇਹੀ ਵਜ੍ਹਾ ਕਿ ਬਸ ਇਹ ਸਾਰਾ ਮਿਕਸਚਰ ਬਣ ਗਿਆ। ਪਿਓਰ ਜਿਹੜੀ ਰੋਇਲ ਫੈਮਲੀਆਂ ਰਾਜਪੂਤ ਆ ਜਾਂ ਇਹਨਾਂ ਰਾਜਪੂਤਾਂ ਦੇ ਵੱਡੇ ਆ, ਉਹ ਵੀ ਬਾਜ਼ ਜ਼ਾਤਾਂ ਨੂੰ ਨਾ ਮਸ਼ਕੂਕ ਖੋਖਰ ਜਾਂ 200 ਸਾਲ ਪਹਿਲੇ ਖੋਖਰ ਰਾਜਪੂਤ ਬਣੇ ਕਹਿੰਦੇ ਆ। ਇੱਥੇ ਤੁਸੀਂ ਵੇਖ ਲਓ ਲਿਸਟ ਦੇ ਪਹਿਲੇ ਹੱਥ ਗੱਕੜ ਤੇ ਦੂਜੇ ਹੱਥ ਖੋਖਰ ਆ, ਮਤਲਬ ਟੌਪ 2 ਦੇ ਵਿੱਚ ਖੋਖਰ ਮਸ਼ਕੂਕ ਰਾਜਪੂਤਾਂ 'ਚ ਆ ਰਹੇ ਆ। ਇਹ ਰਾਜਪੂਤਾਂ ਸੈਂਡ ਕੀਤੀਆਂ। ਬਾਜ਼ ਲੋਕ ਕਹਿੰਦੇ ਖੱਦੋ ਖਾਲ ਦਾ ਵੀ ਮੁਆਜ਼ਨਾ ਕਰੋ। ਲੋ ਜੀ ਅਸੀਂ ਖੱਦੋ ਖਾਲ ਦਾ ਵੀ ਮੁਆਜ਼ਨਾ ਕਰ ਲੈਂਦੇ ਹਾਂ, ਕੋਈ ਵੈਸੇ ਦਲੀਲ ਨਹੀਂ ਆ, ਪਰ ਅਸੀਂ ਮੁਆਜ਼ਨਾ ਕਰਨੇ ਆ। ਸਾਡੇ ਨਾਲੋਂ ਟੌਪ 'ਤੇ ਆ ਰਾਜਾ ਗਜ਼ਨਫਰ ਅਲੀ ਖਾਨ ਜਿਹੜੇ ਖੋਖਰ ਆ, ਅਤੇ ਉਸ ਤੋਂ ਰਿਆਜ਼ ਖੋਖਰ ਆ, ਇਹ ਵੀ ਗੌਰਮੈਂਟ ਦੇ ਓਫੀਸ਼ੀਅਲ ਸਨ। ਉਸ ਤੋਂ ਅੱਗੇ ਲਾਹੌਰ ਵਾਲੀ ਸਾਈਡ ਦੇ ਕੋਈ MNA ਆ ਕਰਾਮਤ ਅਲੀ ਖੋਖਰ, ਮਲਕ ਕਰਾਮਤ ਅਲੀ, ਅਤੇ ਉਸ ਦੇ ਨਾਲ ਮੁਹੰਮਦ ਨਵਾਜ਼ ਖੋਖਰ ਆ ਜਿਹੜੇ ਡਿਪਟੀ ਸਪੀਕਰ ਵੀ ਰਹੇ ਆ। ਇਹ ਤਾਜੀ ਖੋਖਰ ਦੇ ਭਰਾ, ਇਹ ਵੀ ਗੌਰਮੈਂਟ ਓਫੀਸ਼ੀਅਲ ਆ। ਅਤੇ ਸਾਰਾ ਉਸ ਤੋਂ ਥੱਲੇ ਤੁਸੀਂ ਵੇਖੋ ਅਰਬਾਂ ਦੇ ਕੁਛ ਰੋਇਲ ਅਤੇ ਆਮ ਦੇ ਤਸਵੀਰਾਂ ਵੇਖ ਲਓ ਪੁਰਾਣੀਆਂ ਅਰਬਾਂ ਦੀਆਂ। ਅਤੇ ਉਸ ਤੋਂ ਥੱਲੇ ਸਨ ਨਾਲੋਂ ਓਲਡ ਰਾਜਪੂਤ ਰਾਜਾ ਜਿਹੜੀਆਂ ਰੋਇਲ ਫੈਮਲੀਆਂ ਸਨ ਗੋਰੇ ਦੇ ਬ੍ਰਿਟਿਸ਼ ਦੇ ਦੌਰ 'ਚ ਜਿਹੜੇ ਰਾਜਾ ਸਨ, ਜਿਹੜੇ ਪਿਓਰ ਰਾਜਪੂਤ ਸਨ, ਉਹਨਾਂ ਦੀਆਂ ਤਸਵੀਰਾਂ। ਅਤੇ ਮੁਆਜ਼ਨਾ ਤੁਸੀਂ ਆਪੇ ਕਰ ਲਵੋ। ਦਰਮਿਆਨ 'ਚ ਅਰਬ ਆ, ਸਾਡੇ ਨਾਲੋਂ ਉੱਤੇ ਖੋਖਰਾਂ ਦੀਆਂ ਤਸਵੀਰਾਂ, ਅਤੇ ਸਾਡੇ ਨਾਲੋਂ ਥੱਲੇ ਜਿਹੜੇ ਆ ਰਾਜਪੂਤ ਰਾਜਾ ਜਿਹੜੀਆਂ ਪਿਓਰ ਰਾਜਪੂਤਾਂ ਦੀਆਂ ਫੈਮਲੀਆਂ ਗੁਜ਼ਰੀਆਂ, ਉਹਨਾਂ ਦੀਆਂ ਤਸਵੀਰਾਂ। ਉਹਨਾਂ ਦੇ ਖਤੋ ਖਾਲ ਵੇਖ ਲਓ, ਖੋਖਰਾਂ ਦੇ ਵੇਖ ਲਓ ਅਤੇ ਅਰਬਾਂ ਦੇ ਵੇਖ ਲਓ। ਇੱਥੇ ਇੱਕ ਗੱਲ ਨੋਟ ਕਰੋ, ਅਸੀਂ ਕਿਸੇ ਦੇ ਰਾਜਪੂਤ ਉਹ ਕਲੇਮ ਤੋਂ ਇਨਕਾਰੀ ਨਹੀਂ ਕਰ ਰਹੇ। ਅਕਸਰ ਹੀ ਜਿਹੜੇ ਰਾਜਪੂਤ ਖੋਖਰ ਆ ਉਹਨਾਂ 'ਚ ਰਸਮੋ ਰਿਵਾਜ ਵੀ ਰਾਜਪੂਤਾਂ ਵਾਲੇ, ਉਹ ਨਸਲਨ ਰਾਜਪੂਤ ਹੀ ਉਹਨਾਂ ਨੇ। ਲੇਕਿਨ ਅਸੀਂ ਆਪਣੀ ਤਹਿਕੀਕ ਦੱਸ ਰਹੇ ਹਾਂ ਕਿ 1100 ਤੋਂ ਪਹਿਲੇ ਲਫ਼ਜ਼ ਖੋਖਰ ਦਾ ਵਜੂਦ ਨਹੀਂ ਹੈਗਾ। ਖੋਖਰ ਬੜੀ ਘੱਟ ਤਦਾਦ 'ਚ ਆ, ਅਤੇ ਇਹ ਵੀ ਗੱਲ ਇਸੇ ਤਰਫ ਇਸ਼ਾਰਾ ਕਰਦੀ ਹੈ ਕਿ ਖੋਖਰ 1100 ਤੋਂ ਪਹਿਲੇ ਇਹਨਾਂ ਦਾ ਵਜੂਦ ਨਹੀਂ ਆ, ਕੁਤਬ ਸ਼ਾਹ ਤੋਂ ਪਹਿਲੇ। ਬਹਰਹਾਲ ਜਿਹੜੇ ਅਕਸਰ ਰਾਜਪੂਤੀ ਲੋਕ ਆ ਉਹਨਾਂ ਦੇ ਨਾਲ ਖੋਖਰ ਲਫ਼ਜ਼ ਲੱਗਾ। ਗੋਰੀ ਅਤੇ ਜਰਸੇ ਦੇ ਉੱਤੇ ਅਸੀਂ ਤਫਸੀਲ ਨਾਲ ਵੀਡੀਓ ਬਣਾਈ ਆ, ਤੁਸੀਂ ਵੀ ਲਿੰਕ ਦੇ ਵਿੱਚ ਵੇਖ ਸਕਦੇ ਹੋ। ਅਤੇ ਅਗਰ ਗੋਰੀ ਅਤੇ ਜਸਰਤ ਦੇ ਬਾਰੇ 'ਚ ਸਵਾਲ ਹੋਵੇ ਤਾਂ ਤੁਸੀਂ ਵੀਡੀਓ ਪੂਰੀ ਵੇਖੋ। ਮਿਹਰਬਾਨੀ, ਥੈਂਕ ਯੂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹੋਰ ਵੀ ਤੁਸੀਂ ਕਿਸੇ ਜ਼ਾਤ ਦੇ ਬਾਰੇ 'ਚ ਇਲਮੀ ਤਹਿਕੀਕ ਅਤੇ ਟੈਕਨੀਕਲੀ ਤਹਿਕੀਕ ਚਾਹੁੰਦੇ ਹੋ। ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰੋ। ਅਤੇ ਅਗਲੀ ਹੁਣ ਆਖਰੀ ਵੀਡੀਓ ਸੀ ਖੋਖਰ ਟੌਪਿਕ ਦੇ ਉੱਤੇ, ਅਗਲੀ ਬਣੇਗੀ ਅਵਾਨ ਕਬੀਲੇ ਦੇ ਉੱਤੇ। ਮੁਲਾਕਾਤ ਹੋਏਗੀ ਅਗਲੀ ਤਹਿਕੀਕ ਕਿਸੇ ਹੋਰ ਕਬੀਲੇ ਦੇ ਉੱਤੇ। ਅਤੇ ਅੱਲਾ ਹਾਫਿਜ਼।